ਹਾਂ ਇਹ ਗੱਲਬਾਤ ਹੈਗੀ ਘਰ ਲੈ ਕੇ ਨਾ ਤੁਸੀਂ ਫਿਰ ਵੇਟ ਕਰਨੀ ਹੈ ਵੀ ਕਦੋਂ ਵਿਆਜ ਘਟੂਗਾ। ਤੁਸੀਂ ਜੇ ਇਹ ਸੋਚੀ ਜਾਓ ਵੀ ਜਦੋਂ ਵਿਆਜ ਘਟੂਗਾ ਮੈਂ ਉਦੋਂ ਜਾ ਕੇ ਘਰ ਲਵਾਂਗਾ ਤੇ ਜੇ ਉਹ ਸਮਾਂ ਨਾ ਆਇਆ ਫਿਰ ਜਿੰਨੀ ਤੇਜ਼ੀ ਨਾਲ ਆਪਣੇ ਰਾਹੀਂ ਭਾਈ ਨੇ ਵਧਾਏ ਸੀ ਨਾ ਉਨੀ ਤੇਜ਼ੀ ਨਾਲ ਇਹ ਥੱਲੇ ਨਹੀਂ ਆਉਣਗੇ। ਇਟਸ ਅ ਗੁੱਡ ਟਾਈਮ ਟੂ ਰੀਫਾਈਨਾਂਸ ਫॉर ਦੋਜ਼ ਪੀਪਲ ਜਿਨ੍ਹਾਂ ਦੇ ਵਿਆਜ 8% ਜਾਂ 7.5% ਤੋਂ ਉੱਪਰ ਹੈਗੇ। ਹੁਣ ਅੱਜ ਆਪਾਂ ਉਹਨਾਂ ਨੂੰ ਕਹੀਦਾ ਤੁਸੀਂ ਭਾਈ 6 ਤੇ ਲੈ ਲਓ, ਉਹ ਹੱਲੇ ਕਹਿੰਦੇ ਨੇ ਜਦੋਂ 4 ਤੱਕ ਅਸੀਂ ਫੇਰ ਲਵਾਂਗੇ। ਉਹ ਭਾਈ ਜੇ 4 ਤੱਕ ਤੇ ਰੀਫਾਈਨਾਂਸ ਕਰਾ ਲਿਓ, ਸਾਲ ਨਿਕਲ ਜਾਊਗਾ ਜਾਂ 2 ਸਾਲ ਨਿਕਲ ਜਾਣਗੇ, ਮਿਲਦੇ ਰਹਿਣੇ ਆ। ਪਰ ਜੇ ਅੱਜ 4% ਤੇ ਆਂਦਾ ਤੇ ਤੁਹਾਡੇ ਨਾਲ ਪਤਾ ਕਿੰਨੇ ਜਣੇ ਹੋਰ ਨਾਲ ਖੜੇ ਹੋਣੇ ਤੁਹਾਡੇ ਨਾਲ ਵੀ ਮੈਂ ਵੀ ਲੈਣਾ, ਤੇ ਜਿਹੜਾ ਘਰ ਤੁਹਾਨੂੰ 4 ਦਾ ਮਿਲਣਾ ਸ਼ਾਇਦ ਤੁਹਾਨੂੰ 5 ਦਾ ਮਿਲੂ। ਜਿੱਥੇ ਅਸੀਂ 2.5-3% ਤੋਂ 6-6.5 ਤੇ ਅਸੀਂ ਗੱਲ ਕਰਨੇ ਵੀ ਗੁੱਡ ਰੇਟ ਹੈਗਾ, ਕੱਲ ਨੂੰ ਹੋ ਸਕਦਾ ਵੀ ਜੇ ਬਿਲਕੁਲ ਹੀ ਗੱਡੀ ਮੁੜ ਜਾਵੇ ਦੂਜੇ ਰੁੱਖ ਨੂੰ ਫਿਰ 8 ਤੇ 9 ਅਸੀਂ ਦੇਖਣਾ ਸ਼ੁਰੂ ਕਰ ਦਈਏ, ਫਿਰ ਸਾਨੂੰ ਇਹ 6 ਬਹੁਤ ਸੋਹਣਾ ਲੱਗਣਾ ਹੈਗਾ। ਕਾਫੀ ਲੱਗਿਆ ਸੀ ਵੀ ਹੋਰ ਥੱਲੇ ਆਣਗੇ ਲੇਕਿਨ ਥੋੜੇ ਜਿਹੇ ਆ ਕੇ ਫਿਰ ਸਟੇਬਲ ਜੇ ਹੋ ਗਏ ਨੇ। ਤੇ ਜਦੋਂ ਇਹ ਰੀਫਾਈਨਾਂਸ ਕਰਦੇ ਆ ਦੁਬਾਰਾ 30 ਈਅਰ ਟਰਮ ਹੁੰਦੀ ਆ ਜਾਂ ਜਿੰਨਾ ਰਹਿ ਗਿਆ ਹੁੰਦਾ ਆ? ਤੇਰਾ ਮਤਲਬ 30 ਸਾਲ ਦੀ ਮੋਰਗੇਜ 26 ਸਾਲ ਰਹਿ ਗਏ ਤੇ ਜਿਹੜੀ ਟਰਮ ਹੈਗੀ ਆ ਅਸੀਂ ਉੱਥੇ ਰੱਖਣੀ ਹੈ। ਜੇ ਤੁਹਾਡੇ 26 ਸਾਲ ਰਹਿੰਦੇ ਨੇ ਤੇ ਅਸੀਂ 26 ਸਾਲ ਦਾ ਹੀ ਦੁਬਾਰਾ ਤੋਂ ਰੀਫਾਈਨਾਂਸ ਕਰਾਂਗੇ। ਠੀਕ ਹੈ। ਇੰਟਰਸਟ ਰੇਟ ਅੰਡਰ ਪ੍ਰੈਸ਼ਰ ਹੈਗੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅੱਜ ਰੀਅਲ ਏਸਟੇਟ ਅਤੇ ਮਾਰਗੇਜ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਸਿੰਘ ਚੀਮਾ ਜੀ। ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਵਾਗਤ ਹੈ ਮੋਹਨ ਚੀਮਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਰਾਜ ਆਪ ਜੀ ਨੂੰ ਪੰਜਾਬੀ ਜਿਹੜੀ ਜੋ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸ਼ੁਰੂਆਤ ਆਪਾਂ ਕਰ ਲੈਂਦੇ ਆਈਡੀਜ਼ ਤੋਂ ਹੀ। ਬਿਲਕੁਲ ਜੀ ਬਿਲਕੁਲ। ਸੋ ਆਪਾਂ ਪਹਿਲਾਂ ਗੱਲ ਕਰਨੀ ਜਿਹੜੀ ਮੇਰੀ ਹੈਗੀ ਹੈ ਪਰਸਨਲ ਆਈਡੀ ਜ਼ੈਂਡਰ ਮਾਰਗੇਜ ਨਾਲ, ਜਿਹਦੇ ਤਹਿਤ ਅਸੀਂ ਹੋਮ ਲੋਨਸ ਦੀਆਂ ਸਰਵਿਸਿਜ਼ ਤੁਹਾਨੂੰ ਦਿੰਦੇ ਹਾਂ। ਉਹ ਮੇਰੀ ਆਈਡੀ ਹੈਗੀ ਜੀ NMLS ਆਈਡੀ ਨੰਬਰ 698952। ਇਸ ਦੇ ਨਾਲ ਅਸੀਂ ਰੀਅਲ ਏਸਟੇਟ ਦਾ ਵੀ ਕਾਫੀ ਕੰਮ ਕਰਨੇ ਆ। ਜੇ ਕਿਸੇ ਨੇ ਘਰ ਵੇਚਣਾ ਹੈਗਾ, ਲੈਣਾ ਹੈਗਾ, ਤੇ ਜ਼ੈਂਡਰ ਰੀਅਲ ਏਸਟੇਟ ਦੀ ਜਿਹੜੀ ਮੇਰੀ ਆਈਡੀ ਹੈਗੀ ਹੈ ਉਹ ਹੈਗੀ ਹੈ 02067197। ਨਾਲ ਜਿਹੜੀ ਜ਼ੈਂਡਰ ਮਾਰਗੇਜ ਕੰਪਨੀ ਹੈਗੀ ਹੈ ਇਹਦੀ DRI ਨੰਬਰ ਹੈਗਾ 02083716। ਇਸ ਦਾ NMLS ਆਈਡੀ ਨੰਬਰ ਹੈਗਾ 1825688। ਅਕਸਰ ਅਸੀਂ ਗੱਲਬਾਤ ਕਰਨੇ ਆ ਟਰੱਕ ਲੋਨਸ ਦੀ ਵੀ ਜੀ। ਸੋ ਕਿ ਅਸੀਂ ਟਰੱਕ ਟ੍ਰੇਲਰਸ ਇਕਵਿਪਮੈਂਟ ਫਾਈਨੈਂਸਿੰਗ ਦੇ ਉਹਦੀ ਜਿਹੜੀ ਕੰਪਨੀ ਹੈਗੀ ਹੈ ਜ਼ੈਂਡਰ ਕੈਪੀਟਲ ਕਾਰਪ, ਉਸ ਦੀ ਆਈਡੀ ਹੈਗੀ ਹੈ DBU CFL ਨੰਬਰ 139991 ਜੀ। ਥੈਂਕ ਯੂ ਮੋਹਨ ਚੀਮਾ ਜੀ। ਸੋ ਸ਼ੁਰੂਆਤ ਆਪਾਂ ਉਸੇ ਤੋਂ ਹੀ ਗੱਲਬਾਤ ਤੋਂ ਕਰ ਲੈਂਦੇ ਹਾਂ ਇੰਟਰਸਟ ਰੇਟਸ ਨੂੰ ਲੈ ਕੇ। ਲਾਸਟ ਟਾਈਮ ਵੀ ਜਦੋਂ ਆਪਾਂ ਗੱਲ ਕੀਤੀ ਸੀ ਇੰਟਰਸਟ ਰੇਟ ਥੋੜ੍ਹੇ ਜਿਹੇ ਥੱਲੇ ਨੂੰ ਆਏ ਸੀ। ਕੀ ਕੋਈ ਸਿਚੁਏਸ਼ਨ ਦੇ ਵਿੱਚ ਚੇਂਜ ਆ ਜਾਂ ਉੱਦਾਂ ਹੀ ਆ ਜੀ? ਹਜੇ ਦੇਖੋ ਕਾਫੀ ਲੱਗਿਆ ਸੀ ਵੀ ਹੋਰ ਥੱਲੇ ਆਣਗੇ ਲੇਕਿਨ ਥੋੜੇ ਜਿਹੇ ਆ ਕੇ ਫਿਰ ਸਟੇਬਲ ਜੇ ਹੋ ਗਏ ਨੇ। ਓਕੇ। ਬਟ ਜਿਹੜੀਆਂ ਰਿਪੋਰਟਸ ਆ ਰਹੀਆਂ, ਡੇਟਾ ਆ ਰਿਹਾ ਇਸ ਵੇਲੇ, ਉਹਦੇ ਕਾਰਨ ਇਸ ਵੇਲੇ ਕਹ ਲਓ ਵੀ ਇੰਟਰਸਟ ਰੇਟ ਅੰਡਰ ਪ੍ਰੈਸ਼ਰ ਹੈਗੇ ਨੇ। ਸੋ ਇਨ ਆਲ ਲਾਈਕਲੀਹੁੱਡ ਕਿਉਂਕਿ ਇਲੈਕਸ਼ਨ ਹੋਣ ਦੇ ਕਾਰਨ ਹੌਲੀ ਹੌਲੀ ਇਹ ਥੱਲੇ ਨੂੰ ਆਉਣਗੇ। ਹੁਣ ਇੱਕਦਮ ਉਹ ਘਟਾ ਵੀ ਨਹੀਂ ਸਕਦੇ, ਪਰ ਕੋਸ਼ਿਸ਼ ਬਹੁਤ ਹੈਗੀ ਹੈ, ਪ੍ਰੈਸ਼ਰ ਬਹੁਤ ਪੈ ਰਿਹਾ। ਪਰ ਕੋਈ ਮਾੜੀ ਜਿਹੀ ਰਿਪੋਰਟ ਚੰਗੀ ਆ ਜਾਂਦੀ ਹੈ ਵੀ ਇਨਫਲੇਸ਼ਨ ਕੰਟਰੋਲ 'ਚ ਆ ਗਈ ਹੈ ਤੇ ਨਾਲ ਹੀ ਫਿਰ ਉਹ ਦੁਬਾਰਾ ਤੋਂ ਕਹਿ ਲਓ ਵੀ ਸਪੀਡ ਉੱਪਰ ਦੀ ਫੜਨੀ ਸ਼ੁਰੂ ਕਰ ਦੇਣਾ। ਆਈ ਥਿੰਕ ਜਿੰਨੀ ਤੇਜ਼ੀ ਨਾਲ ਆਪਣੇ ਰਾਹੀਂ ਭਾਈ ਨੇ ਵਧਾਏ ਸੀ ਨਾ ਉਨੀ ਤੇਜ਼ੀ ਨਾਲ ਇਹ ਥੱਲੇ ਨਹੀਂ ਆਉਣਗੇ। ਹਾਂ, ਇਟ ਵਿਲ ਟੇਕ ਸਮ ਟਾਈਮ। ਸੋ ਇੰਟਰਸਟ ਰੇਟਸ ਇਸ ਵੇਲੇ ਥੋੜ੍ਹੇ ਜਿਹੇ ਸਟੇਬਲ ਚੱਲ ਰਹੇ ਨੇ। ਜਿੰਨੀ ਅਸੀਂ ਉਮੀਦ ਕੀਤੀ ਸੀ ਵੀ ਥੋੜ੍ਹੇ ਥੱਲੇ ਹੋਰ ਆ ਜਾਣ, ਉਹ ਅਜੇ ਫਿਰ ਥੋੜ੍ਹੀ ਜਿਹੀ ਕਹਿ ਲਓ ਵੀ ਗੱਡੀ ਰੋਕੀ ਹੈਗੀ ਹੈ। ਐਂਡ ਲੈਟਸ ਸੀ ਵੀ ਵਿਦਿਨ ਲਾਈਕ ਅ ਮੰਥ ਔਰ ਸੋ ਜਾਂ ਸੈਪਟੈਂਬਰ ਦੇ ਆਲੇ ਦੁਆਲੇ ਇਹਨਾਂ ਦਾ ਕੀ ਫਰਕ ਪੈਂਦਾ ਹੈਗਾ। ਲੇਕਿਨ ਇਹ ਗੱਲ ਜ਼ਰੂਰ ਹੈਗੀ ਹੈ ਕਿ ਜਿੱਥੇ ਅਸੀਂ ਆਲਮੋਸਟ 8% ਦੇ ਪਹੁੰਚ ਗਏ ਸੀਗੇ, ਹੁਣ ਅਰਾਊਂਡ 6-6.5% ਦੇ ਵਿੱਚ ਚਲੋ ਵੀ ਜਿਨ੍ਹਾਂ ਦੇ 8% ਤੇ ਹੋਏ ਨੇ ਲੋਨਸ ਜਾਂ ਜਿਨ੍ਹਾਂ ਨੇ ਘਰ ਦੇ ਲੋਨ ਲਏ ਨੇ ਅੱਜ ਤੋਂ ਕਹਿ ਲਓ ਵੀ 6 ਮਹੀਨੇ ਪਹਿਲਾਂ ਜਾਂ 8 ਮਹੀਨੇ ਪਹਿਲਾਂ, ਉਹਨਾਂ ਵਾਸਤੇ ਇਹ ਸਮਾਂ ਹਜੇ ਵੀ ਠੀਕ ਹੈ। ਦੇ ਕੈਨ ਸਟਿਲ ਟੇਕ ਐਡਵਾਂਟੇਜ ਆਫ ਇਟ, ਕਿਉਂਕਿ ਜਿਹੜਾ ਵਿਆਜ ਹੈਗਾ ਉਹ ਤੁਹਾਨੂੰ ਹਰ ਰੋਜ਼ ਲੱਗਦਾ ਹੈਗਾ। ਸੋ ਕਿਤੇ ਤੁਸੀਂ 8% ਦੇ ਰਹੇ ਹੋ ਤੇ ਤੁਹਾਨੂੰ ਹੁਣ 6% ਮਿਲ ਸਕਦਾ। ਮੈਂ ਪਹਿਲਾਂ ਵੀ ਕਿਹਾ ਸੀ ਵੀ 2% ਦਾ ਤੁਹਾਨੂੰ ਫਰਕ ਪੈਂਦਾ ਤੇ ਉਸ ਚੀਜ਼ ਦਾ ਤੁਸੀਂ ਫਾਇਦਾ ਜ਼ਰੂਰ ਚੁੱਕੋ। ਇਟਸ ਅ ਗੁੱਡ ਟਾਈਮ ਟੂ ਰੀਫਾਈਨਾਂਸ ਫॉर ਦੋਜ਼ ਪੀਪਲ ਜਿਨ੍ਹਾਂ ਦੇ ਵਿਆਜ 8% ਜਾਂ 7.5% ਤੋਂ ਉੱਪਰ ਹੈਗੇ ਨੇ। ਸੋ ਜਿਨ੍ਹਾਂ ਦਾ 1.5-2% ਦਾ ਫਰਕ ਪੈ ਰਿਹਾ ਆ ਉਹਨਾਂ ਨੂੰ ਕਰਾ ਲੈਣਾ ਚਾਹੀਦਾ। ਹਾਂਜੀ, ਜੇ ਬਹੁਤ ਹੁਣ ਕਈਆਂ ਦੀ ਲੋਨ ਅਮਾਊਂਟ ਬੜੀ ਵੱਡੀ ਹੈਗੀ ਹੈ। ਹੁਣ ਜੇ ਕਿਸੇ ਨੇ 4 ਲੱਖ ਦਾ ਕਰਾਇਆ ਉਹਦਾ ਕੁਝ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਕਈ ਵਾਰੀ, ਪਰ ਜਿਨ੍ਹਾਂ ਦੀ ਲੋਨ ਅਮਾਊਂਟ ਹੀ ਮਿਲੀਅਨ ਦੀ ਹੈਗੀ ਹੈ ਜਾਂ ਮਤਲਬ ਕਿ 1.5 ਮਿਲੀਅਨ ਹੈਗੀ ਹੈ, ਉਹਨਾਂ ਵਾਸਤੇ ਇਹ ਟਾਈਮ ਸਟਿਲ ਵੀ ਸੂਟੇਬਲ ਹੈਗਾ। ਦੇ ਕੈਨ ਸਟਿਲ ਟੇਕ ਐਡਵਾਂਟੇਜ ਆਫ ਇਟ। ਠੀਕ ਹੈ ਜੀ। ਲੇਟੈਸਟ ਰਿਪੋਰਟਸ ਦੇ ਮੁਤਾਬਕ ਰੀਫਾਈਨਾਂਸ ਦਾ ਕੰਮ ਪਹਿਲੋਂ ਨਾਲੋਂ ਤੇਜ਼ ਹੋਇਆ ਆ। ਸੋ ਲੋਕ ਮਤਲਬ ਇਸੇ ਚੀਜ਼ ਦਾ ਫਾਇਦਾ ਚੱਕ ਰਹੇ ਆ। ਬਿਲਕੁਲ ਜੀ ਬਿਲਕੁਲ। ਹਾਂ, ਪੱਕੀ ਬਿਲਕੁਲ ਸਹੀ ਗੱਲ ਕਹਿ ਰਹੇ ਨੇ। ਸਾਡੇ ਕੋਲ ਵੀ ਕਾਫੀ ਐਪਲੀਕੇਸ਼ਨਸ ਲੱਗ ਰਹੀਆਂ ਨੇ ਰੀਫਾਈਨਾਂਸ ਵਾਸਤੇ, ਕਿਉਂਕਿ ਦੇਖੋ ਅਲਟੀਮੇਟਲੀ ਜੇ ਕੋਈ ਬੱਚਤ ਹੈਗੀ ਹੈ
ਤੇ ਉਹਦਾ ਤੁਸੀਂ ਐਡਵਾਂਟੇਜ ਜ਼ਰੂਰ ਚੱਕੋ। ਰੀਫਾਈਨੈਂਸ ਦੀ ਗੱਲਬਾਤ ਇਹ ਹੈਗੀ ਹੈ ਵੀ ਜਿਵੇਂ ਤੁਹਾਨੂੰ ਹੁਣੇ ਪਹਿਲਾਂ ਕਿਹਾ ਵੀ ਜੇ 8% ਹੈਗਾ ਤੇ 6% ਸਾਊਂਡਸ ਵੈਰੀ ਗੁੱਡ। ਸੋ ਜਿਹੜੇ ਕੁਆਲੀਫਾਈ ਕਰ ਰਹੇ ਨੇ ਇਸ ਵੇਲੇ ਉਹ ਆਪਣੀ ਐਪਲੀਕੇਸ਼ਨ ਲਾ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਕੱਲ੍ਹ ਨੂੰ ਇਹ ਵੀ 6 ਹੱਥੋਂ ਨਿਕਲ ਜਾਵੇ, ਕੋਈ ਕਿਹਾ ਨਹੀਂ ਜਾ ਸਕਦਾ ਨਾ, ਕੋਈ ਯੂ ਨੈਵਰ ਨੋ ਕਿ ਜਿਸ ਹਿਸਾਬ ਨਾਲ ਪਿਛਲੇ 4 ਸਾਲ 5 ਸਾਲ ਨਿਕਲੇ ਨੇ ਜਿੱਥੇ ਅਸੀਂ 2.5-3% ਤੋਂ 6-6.5 ਤੇ ਅਸੀਂ ਗੱਲ ਕਰਨੇ ਵੀ ਗੁੱਡ ਰੇਟ ਹੈਗਾ, ਕੱਲ੍ਹ ਨੂੰ ਹੋ ਸਕਦਾ ਵੀ ਜੇ ਬਿਲਕੁਲ ਹੀ ਗੱਡੀ ਮੁੜ ਜਾਵੇ ਦੂਜੇ ਰੁੱਖ ਨੂੰ ਫਿਰ 8 ਤੇ 9 ਅਸੀਂ ਦੇਖਣਾ ਸ਼ੁਰੂ ਕਰ ਦਈਏ ਫਿਰ ਸਾਨੂੰ ਇਹ 6 ਬਹੁਤ ਸੋਹਣਾ ਲੱਗਣਾ ਹੈਗਾ। ਸੋ ਜਿਨ੍ਹਾਂ ਨੂੰ ਵੀ ਅਰਾਊਂਡ 1.5 to 2% ਦਾ ਫਰਕ ਪੈਂਦਾ ਨਾ ਦੇ ਸ਼ੁੱਡ ਕੰਸੀਡਰ ਐਟਲੀਸਟ ਚੈੱਕ ਕਰਾ ਕੇ ਦੇਖ ਲਓ ਕਿ ਤੁਹਾਨੂੰ ਕਿੰਨਾ ਕੁ ਫਾਇਦਾ ਹੋ ਰਿਹਾ। ਤੁਸੀਂ ਨਹੀਂ ਕਹਿਣਾ ਉਹ ਤੁਹਾਡੀ ਮਰਜ਼ੀ ਹੈ ਨਾ, ਕਿਸੇ ਨੂੰ ਜੇ 500 ਦੀ ਬਚਤ ਹੁੰਦੀ ਹੈ, ਕਿਸੇ ਨੂੰ 700 ਦੀ ਬਚਤ ਹੁੰਦੀ ਹੈ, ਕਿਸੇ ਨੂੰ 300 ਦੀ ਬਚਤ ਹੁੰਦੀ ਹੈ, ਕਈ ਕਹਿੰਦਾ ਯਾਰ ਸਾਡੇ ਵਾਸਤੇ 300 ਬੜੀ ਵੱਡੀ ਚੀਜ਼ ਹੈ ਕਿਉਂਕਿ ਇਹ 300 ਵੀ ਤੁਸੀਂ ਅੱਗੇ 27-28 ਸਾਲਾਂ ਵਾਸਤੇ ਦੇਣਾ। ਸੋ ਬਚਤ ਹੀ ਹੁੰਦੀ ਹੈ। $300 ਜੇ ਤੁਹਾਡਾ ਮਹੀਨੇ ਦਾ ਬਚਦਾ ਰਾਜਨ ਬਾਜੀ ਸਾਲ ਦਾ 3600 ਬਣ ਜਾਂਦਾ। ਹਜ਼ਾਰਾਂ ਚ ਬਚਤ ਆ ਇਵੈਂਚੁਅਲੀ। ਸੋ ਓਵਰਆਲ ਇਟ ਕੀਪਸ ਔਨ ਐਡਿੰਗ, ਇਟਸ ਅ ਸੇਵਿੰਗ। ਹਾਂਜੀ ਤੇ ਜਦੋਂ ਇਹ ਹੁਣ ਰੀਫਾਈਨੈਂਸ ਕਰਦੇ ਆ ਦੁਬਾਰਾ 30 ਈਅਰ ਟਰਮ ਹੁੰਦੀ ਆ ਜਾਂ ਜਿੰਨਾ ਰਹਿ ਗਿਆ ਹੁੰਦਾ ਆ ਉਸ ਉਨੀ ਟਰਮ ਦੀ ਹੁੰਦੀ ਆ? ਹਾਂਜੀ, ਵੈਰੀ ਗੁੱਡ ਕੁਐਸਚਨ। ਦੇਖੋ ਜੀ ਜਿਹੜੀ ਸਾਡਾ ਐਫਰਟ ਹੁੰਦਾ ਜੇ ਕਿਸੇ ਬੰਦੇ ਨੇ ਹੁਣ ਸਪੋਜ਼ ਘਰ ਲਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਤੇ ਇਹਦਾ ਮਤਲਬ ਉਹਨੇ 30 ਸਾਲ ਦੀ ਮਗਰ 26 ਸਾਲ ਰਹਿ ਗਏ। ਜਦੋਂ ਅਸੀਂ ਰੀਫਾਈਨੈਂਸ ਕਰਨੇ ਆ ਜੇ ਤੁਸੀਂ ਸਿਰਫ ਉਹਨੂੰ ਕਹਿੰਦੇ ਰੇਟ ਐਂਡ ਟਰਮ ਯਾਨੀ ਕਿ ਤੁਸੀਂ ਸਿਰਫ ਰੇਟ ਬੋਲਣਾ ਚਾਹੁੰਦੇ ਹੋ, ਜਿਹੜੀ ਟਰਮ ਹੈਗੀ ਹੈ ਅਸੀਂ ਉੱਥੇ ਰੱਖਣੀ ਹੈ। ਜੇ ਤੁਹਾਡੇ 26 ਸਾਲ ਰਹਿੰਦੇ ਨੇ ਤਾਂ ਅਸੀਂ ਉਹਨੂੰ 26 ਸਾਲ ਦਾ ਹੀ ਦੁਬਾਰਾ ਤੋਂ ਰੀਫਾਈਨੈਂਸ ਕਰਾਂਗੇ, ਅਸੀਂ ਉਹਨੂੰ ਦੁਬਾਰਾ ਤੋਂ 30 ਸਾਲ ਦਾ ਰੀਸੈਟ ਨਹੀਂ ਕਰਨਾ। ਜਾਂ ਫਿਰ ਅਸੀਂ ਜਿਹੜੇ ਤੁਹਾਡੇ ਹੁਣ ਸਪੋਜ਼ ਕਰੋ 26 ਸਾਲ ਸੀਗੇ ਉਹਨੂੰ ਅਸੀਂ ਕਨਵਰਟ ਕਰਨੇ ਜਾਂ 20 ਕਰ ਲਈਏ ਤੇ ਜਾਂ ਅਸੀਂ 15 ਚ ਕਰ ਲਈਏ। ਠੀਕ ਹੈ। ਸੋ ਇਹ ਐਪਲੀਕੇਸ਼ਨ ਦੇ ਹਿਸਾਬ ਨਾਲ ਡਿਪੈਂਡ ਕਰਦਾ, ਪਰ ਜਿਹੜੀ ਸਾਡੀ ਮੈਕਸਿਮਮ ਐਫਰਟ ਹੁੰਦੀ ਹੈ ਵੀ ਤੁਹਾਨੂੰ ਅਸੀਂ ਸਹੀ ਤਰੀਕੇ ਨਾਲ ਗਾਈਡ ਕਰੀਏ ਤਾਂ ਕਿ ਲੌਂਗ ਟਰਮ ਵਾਸਤੇ ਤੁਹਾਨੂੰ ਕੁਛ ਨਾ ਕੁਛ ਇਸ 'ਚ ਬਚਤ ਹੋਣੀ ਚਾਹੀਦੀ ਹੈ ਜੀ। ਸੋ ਇਹ ਜਿਹੜਾ ਤੁਸੀਂ 1.5-2% ਦੀ ਜਿਹੜੀ ਗੱਲ ਆਖਦੇ ਇਹਦੇ ਵਿੱਚ ਕਾਰਨ ਇੱਕ ਇਹ ਵੀ ਹੋ ਜਾਂਦਾ ਵੀ ਕਲੋਜ਼ਿੰਗ ਕਾਸਟ ਫਿਰ ਉਹਦੇ ਨਾਲ ਬੈਲੈਂਸ ਹੋ ਜਾਂਦੀਆਂ ਜੇ ਐਟਲੀਸਟ ਇੰਨਾ ਫਰਕ ਜਿਹੜਾ ਹੋਵੇ ਕਿਉਂਕਿ ਇਵੈਂਚੁਅਲੀ ਜਦੋਂ ਰੀਫਾਈਨੈਂਸ ਕਰਦੇ ਆ ਇਟ ਕਾਸਟ ਸਮਥਿੰਗ। ਹਾਂਜੀ, ਉਹਨੂੰ ਕਹਿੰਦੇ ਮਤਲਬ ਕਿ ਰੀਕੈਪਚਰ ਪੀਰੀਅਡ ਜਾਂ ਵਿੱਚ ਕਿੰਨੇ ਕੁ ਦਿਨਾਂ ਦੇ ਵਿੱਚ ਜਾਂ ਕਿੰਨੇ ਕੁ ਮਹੀਨਿਆਂ ਦੇ ਵਿੱਚ ਤੁਹਾਡੀ ਕਾਸਟ ਜਿਹੜੀ ਕਵਰ ਹੋ ਜਾਂਦੀ ਹੈ। ਹੁਣ ਸਪੋਜ਼ ਕਰੋ ਤੁਹਾਡਾ ਖਰਚਾ ਆ ਗਿਆ $3000 ਕਰਾਉਣ ਦਾ ਰੀਫਾਈਨੈਂਸ, ਰਾਈਟ, ਔਰ ਤੁਹਾਨੂੰ $300 ਦੀ ਬਚਤ ਹੋ ਰਹੀ ਹੈ ਵੀ ਤੁਹਾਡੇ ਪਹਿਲੇ 10 ਮਹੀਨੇ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ, ਪਰ ਜਿਹੜੇ ਬਾਕੀ ਤੁਹਾਡੇ ਜਿਹੜੇ ਸਾਲ ਬਚੇ ਨੇ ਉਹਨਾਂ ਤੁਹਾਨੂੰ ਹਰ ਸਾਲ 'ਚ ਫਾਇਦਾ ਹੈਗਾ। ਸੋ ਦੇयर ਇਜ਼ ਅ ਸਮਾਲ ਕਾਸਟ ਟੂ ਇਟ ਬਟ ਇਨ ਦ ਲੌਂਗ ਰਨ ਇਟ ਇਜ਼ ਵੈਰੀ ਐਡਵਾਂਟੇਜਸ। ਸੋ ਤੁਹਾਨੂੰ ਕੋਈ ਨਾ ਤੁਹਾਡਾ ਭਲਾਈ ਹੋਵੇ। ਬਾਕੀ ਸਾਲਾਂ ਦਾ ਤੁਸੀਂ ਫਿਰ 3000 ਬਚਾ ਹੀ ਰਹੇ ਆ ਹਰ ਸਾਲ ਜਿਹੜਾ ਉਹ ਇੰਨਾ ਜਿਹੜਾ ਬਚਤ ਜਿਹੜੀ ਹੋ ਰਹੀ ਆ। ਮਾਰਕੀਟ ਸਿਚੁਏਸ਼ਨ ਕਿੱਦਾਂ ਇਨਵੈਂਟੋਰੀ ਨੂੰ ਲੈ ਕੇ ਰੀਅਲ ਏਸਟੇਟ ਨੂੰ ਲੈ ਕੇ? ਹਾਂਜੀ, ਦੇਖੋ ਕਾਫੀ ਚੇਂਜਸ ਆ ਰਹੀਆਂ। ਇੱਕ ਰੁੱਖ ਗੱਲ ਇਹ ਹੈਗੀ ਹੈ ਕਿ ਬੀਇੰਗ ਅ ਟਫ ਟਾਈਮ ਹੁਣ ਕਾਫੀ ਲੋਕ ਜਿਹੜੇ ਪੇਮੈਂਟ ਨਹੀਂ ਦੇ ਪਾ ਰਹੇ ਉਹ ਆਪਣਾ ਘਰ ਸੈਲ ਕਰਨਾ ਚਾਹੁੰਦੇ ਨੇ। ਉਹ ਭਾਵੇਂ ਉਹਨਾਂ ਦੀ 3% ਵੀ ਮਰਜ਼ੀ ਹੋਏ ਨੇ, ਕਹਿੰਦੇ ਉਹ ਸਾਨੂੰ ਇਹ ਕਹਿੰਦੇ ਨੇ ਵੀ ਭਾਜੀ ਵੀ ਆਰ ਨਾਟ ਏਬਲ ਟੂ ਅਫੋਰਡ ਇਟ। ਸਾਡੇ ਵਾਸਤੇ ਇਸ ਵੇਲੇ ਇਸ ਚੀਜ਼ ਨੂੰ ਅਫੋਰਡ ਕਰਨਾ ਮੁਸ਼ਕਿਲ ਹੋਇਆ। ਥੋੜਾ ਇਕਨੋਮੀ ਦਾ ਅਸਰ ਪੈ ਰਿਹਾ ਹੈ। ਇਕਨੋਮੀ ਦਾ ਅਸਰ ਕਾਫੀ ਹਾਂਜੀ ਮਤਲਬ ਕਿ ਨੈਗੇਟਿਵ ਹੀ ਪੈ ਰਿਹਾ ਹੈਗਾ ਕਿਉਂਕਿ ਹਰ ਇੱਕ ਦੀ ਸਿਚੁਏਸ਼ਨ ਅੱਡ ਅੱਡ ਹੈਗੀ ਹੈ। ਲੇਕਿਨ ਅਲਟੀਮੇਟਲੀ ਜੇ ਤੁਹਾਡਾ ਕੰਮ ਨਹੀਂ ਚੱਲਦਾ ਨਾ, ਜੇ ਕੰਮ ਨਹੀਂ ਚੱਲਦਾ ਮਤਲਬ ਪੈਸੇ ਨਹੀਂ ਆ ਰਹੇ, ਜੇ ਪੈਸੇ ਨਹੀਂ ਆ ਰਹੇ ਘਰ ਦੀ ਕਿਸ਼ਤ ਕਿੱਥੋਂ ਜਾਊਗੀ? ਇਦਾਂ ਹੀ ਆ, ਸਹੀ ਗੱਲ ਆ। ਸੋ ਪ੍ਰੋਬਲਮਸ ਹੈਗੀਆਂ, ਪਰ ਲੇਕਿਨ ਇਹਦੇ ਵਿੱਚ ਜਿਹੜਾ ਇੱਕ ਜਿਹੜੀ ਥੋੜੀ ਜਿਹੀ ਚੀਜ਼ ਜਿਹੜੀ ਬਿਹਤਰ ਹੋਈ ਹੈ ਉਹ ਇਹ ਹੋਈ ਹੈ ਕਿ ਜਿਨ੍ਹਾਂ ਨੇ ਘਰ ਲਏ ਸੀ ਉਹਨਾਂ ਦੇ ਘਰਾਂ ਦੇ ਵਿੱਚ ਐਕੁਇਟੀ ਬਣੀ ਹੈ, ਮਤਲਬ ਕਿ ਉਹ ਖਾਲੀ ਹੱਥ ਨਹੀਂ ਜਾ ਰਹੇ, ਕੁਝ ਕਮਾਈ ਕਰਕੇ ਜਾ ਰਹੇ। ਇਸੇ ਕਾਰਨ ਇਹ ਕੰਮ ਜਿਹੜਾ ਹਾਊਸਿੰਗ ਦਾ ਹੈਗਾ ਜਿਹਦੇ ਨਾਲ ਮੈਂ ਇਨਵੋਲਵਡ ਹੈਗਾ, ਮੈਨੂੰ ਖੁਸ਼ੀ ਹੁੰਦੀ ਹੈ ਕਿਸੇ ਨਾ ਕਿਸੇ ਦਾ ਭਲਾ ਹੀ ਹੋ ਰਿਹਾ। ਭਾਵੇਂ ਉਹ ਮੁਸ਼ਕਿਲ ਸਮੇਂ 'ਚ ਵੀ ਘਰ ਵੇਚਦੇ ਨਾ ਤੇ ਕੋਈ ਨਾ ਕੋਈ ਲੱਖ ਕੱਢ ਰਿਹਾ, ਕੋਈ 1.5 ਲੱਖ ਕੱਢ ਰਿਹਾ, ਕੋਈ 3 ਲੱਖ ਵੀ ਕੱਢ ਰਹੇ ਹੈਗੇ ਨੇ। ਉਹ ਕਹਿੰਦੇ ਅਸੀਂ ਆਪਣੇ ਕੱਢ ਕੇ ਆਪਣਾ, ਕੋਈ ਕਹਿੰਦਾ ਮੈਂ ਟਰੱਕ ਦੀਆਂ ਕਿਸ਼ਤਾਂ ਕੈਚਅਪ ਕਰ ਲਾਂ, ਕੋਈ ਕਹਿੰਦਾ ਮੈਂ ਆਪਣੇ ਕ੍ਰੈਡਿਟ ਕਾਰਡ ਪੇ ਕਰਦਾ ਜਿਹੜੇ 20-30% ਤੇ ਚੱਲਦੀਆਂ ਪੇਮੈਂਟਾਂ, ਕਿਸੇ ਨੂੰ ਕੋਈ ਹੋਰ ਲੋੜ ਹੈਗੀ ਹੈ। ਸੋ ਇਹ ਦੇਖੋ ਘਰ ਨੇ ਤੁਹਾਨੂੰ ਕੁਝ ਨਾ ਕੁਝ ਦਿੱਤਾ। ਸਹੀ ਗੱਲ, ਠੀਕ ਹੈ ਨਾ, ਇਹ ਕੁਝ ਨਾ ਕੁਝ ਤੁਹਾਨੂੰ ਦੇ ਗਿਆ। ਭਾਵੇਂ ਤੁਸੀਂ ਕੋਵਿਡ ਦੇ ਸਮੇਂ 'ਚ ਘਰ ਲਏ ਸੀਗੇ ਜਾਂ ਉਸ ਤੋਂ ਪਹਿਲਾਂ ਲਏ ਸੀ ਘਰ, ਉਹ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਤੁਹਾਡਾ ਬੈਂਕ ਬਣਿਆ ਹੋਇਆ, ਤੁਹਾਡੇ ਉਹਦੇ 'ਚ ਤੁਹਾਡੇ ਪੈਸੇ ਜਿਹੜੇ ਕਹਿ ਲਓ ਇੱਕ ਤਰ੍ਹਾਂ ਜਮ੍ਹਾਂ ਹੋਏ ਨੇ। ਤੇ ਕਈਆਂ ਦਾ ਹੁੰਦਾ ਕਹਿੰਦੇ ਭਾਜੀ ਕੋਈ ਨਹੀਂ ਅਸੀਂ ਘਰ ਫੇਰ ਲੈ ਲਾਂਗੇ, ਅਸੀਂ ਆਪਣਾ ਕ੍ਰੈਡਿਟ ਬਚਾਉਣਾ, ਅਸੀਂ ਮੇਕ ਸ਼ੋਰ ਕਰਨਾ ਵੀ ਸਾਡੇ ਟਰੱਕ ਟਰੁੱਕ ਜਿਹੜੇ ਹੈ ਜਾਂ ਜਿਹੜਾ ਅਸੀਂ ਕੰਮ ਕਰਨਾ ਹੈ ਹੋਰ ਵੀ ਕੰਮ ਹੋ ਸਕਦੇ ਵੀ ਉਹ ਚੱਲਦਾ ਰਹੇ, ਘਰ ਫੇਰ ਲੈ ਲਾਂਗੇ, ਫਿਰ ਆਊਗਾ ਟਾਈਮ ਸਾਡੇ ਵਾਸਤੇ। ਇਹ ਟਾਈਮ ਆ ਵੀ ਜਾਂਦਾ, ਹਮੇਸ਼ਾ ਔਖਾ ਸਮਾਂ ਜਿਹੜਾ ਹੈ ਨਾ
ਉਹ ਰਹਿੰਦਾ ਹੀ ਨਹੀਂ। ਹਾਂਜੀ, ਇਹ ਸਮੇਂ ਦੀ ਗੱਲ ਆ, ਸਾਨੂੰ ਯੂਜ਼ ਹੋਣਾ ਪੈਂਦਾ ਵੀ ਆਹ ਸਮਾਂ ਜਿਹੜਾ ਹੈ ਥੋੜਾ ਮੁਸ਼ਕਿਲ ਚੱਲ ਰਿਹਾ, ਆਪਾਂ ਥੋੜੇ ਸਟਰੋਂਗ ਰਹੀਏ, ਥੋੜੇ ਨਾਲ ਇੱਕ ਦੂਜੇ ਨਾਲ ਮਿਲ ਕੇ ਚੱਲੀਏ ਤੇ ਫਿਰ ਜਿਹੜੀ ਗਾੜੀ ਹੈ ਉਹ ਗਾਂ ਜਾ ਸਕਦੀ ਹੈ। ਤੁਸੀਂ ਕਿੰਨੀ ਵਾਰੀ ਆਪਾਂ ਜਦੋਂ ਪਹਿਲਾਂ ਵੀ ਕਈ ਦੀ ਗੱਲ ਕੀਤੀ ਹੈ ਵੀ ਜਦੋਂ ਤੁਸੀਂ ਘਰ ਲਿਆ ਸੀ, ਮੈਨੂੰ ਲੱਗਦਾ ਡਬਲ ਡਿਜਿਟ 'ਚ ਇੰਟਰਸਟ ਰੇਟ ਹੁੰਦਾ ਸੀ, ਤੇ ਫਿਰ ਉਹ ਇੰਟਰਸਟ ਰੇਟ ਘਟ ਜਾਂਦੇ ਆ, ਕਿਉਂਕਿ ਤੁਸੀਂ ਇਸ ਰੇਸ ਦੇ ਵਿੱਚ ਜਾਂ ਇਸ ਪੂਰੇ ਚੀਜ਼ ਦੇ ਵਿੱਚ 30 ਸਾਲ ਲਈ ਆ। ਕੋਈ ਇਹ ਨਹੀਂ ਆ ਵੀ ਇੱਕ ਪ੍ਰੈਜ਼ੀਡੈਂਟ ਆਇਆ ਦੂਜਾ ਆਇਆ, ਜਾਂ ਇੱਕ ਛੋਟੀ ਟਰਮ ਨਹੀਂ ਆ, ਲੰਮਾ ਸਮਾਂ ਆਇਆ, ਕਈਆਂ ਨੇ ਆਉਣਾ ਕਈਆਂ ਨੇ ਜਾਣਾ। ਸਹੀ ਗੱਲ ਹੈ ਜੀ, ਬਿਲਕੁਲ ਤੁਸੀਂ ਗੱਲ ਸਹੀ ਕਹੀ ਰਾਜਮਾ ਜੀ। ਜਦੋਂ ਮੈਂ ਘਰ ਲਿਆ ਸੀਗਾ ਤੇ ਉਦੋਂ 11% ਦੇ ਵਿਆਜ ਦੇ ਹਿਸਾਬ ਨਾਲ ਮੈਂ ਘਰ ਲਿਆ ਸੀਗਾ, ਤੇ ਅੱਜ ਜੇ ਮੈਂ ਉਹਨੂੰ ਪਿੱਛੇ ਮੁੜ ਕੇ ਦੇਖਾਂ ਤੇ ਹੁਣ ਬੜੇ ਸਾਲ ਹੋ ਗਏ, ਡੈਕੇਡਸ, ਮਤਲਬ ਕਿੰਨੇ ਸਾਲ ਬੀਤ ਗਏ ਹੈਗੇ। ਲੇਕਿਨ ਜੇ ਤੁਸੀਂ ਗ੍ਰਾਫ ਦੇਖੋ ਨਾ, ਗ੍ਰਾਫ ਐਂ ਜਾਂਦਾ ਉੱਪਰ ਥੱਲੇ ਨੂੰ, ਇਦਾਂ ਹੀ ਕਦੀ ਉੱਪਰ ਕਦੀ ਥੱਲੇ, ਕਦੀ ਉੱਪਰ ਕਦੀ ਥੱਲੇ। ਪਰ ਜਿਹੜਾ ਉਹ ਘਰ ਤੁਸੀਂ 97 98 'ਚ ਲਿਆ ਸੀ ਨਾ, ਉਹ ਅੱਜ ਤੁਹਾਡੇ ਸੇ ਮੋਟੀ ਰਕਮ ਛੱਡ ਕੇ ਜਾ ਰਿਹਾ। ਦੋ ਰੀਜ਼ਨ, ਇੱਕ ਤਾਂ ਉਹ 'ਚ ਐਕੁਇਟੀ ਬੰਦੇ ਕਿੰਨਾ ਪਏਗਾ, ਹੁਣ ਤੁਹਾਡੇ ਥੋੜੇ ਸਾਲ ਰਹਿ ਗਏ, ਉਹ ਤਾਂ ਆਲਮੋਸਟ ਪੇ ਹੋਣ ਵਾਲਾ ਹੈਗਾ, ਭਾਵੇਂ ਅੱਧਾ ਹੀ ਤੁਸੀਂ ਪੇ ਕਰਤਾ ਹੋਵੇ, ਸੋ ਤੁਹਾਡੀ ਐਕੁਇਟੀ ਬਣੀ ਹੋਈ ਹੈ। ਦੂਸਰੀ ਗੱਲ, ਜੇ ਮੈਂ ਉਦੋਂ 11% ਦਾ ਲਿਆ ਸੀਗਾ ਤੇ ਵਿੱਚੋਂ ਕਈ ਵਾਰੀ ਇਹ 11 ਤੋਂ ਲੈ ਕੇ 9 ਤੇ ਵੀ ਆਇਆ, ਫਿਰ 8 ਤੇ ਵੀ ਆਇਆ, ਫਿਰ 6 ਤੇ ਵੀ ਆਇਆ, ਫਿਰ 2.5 ਤੇ ਵੀ ਆਇਆ, ਤੇ ਆਪਾਂ ਜਦੋਂ ਆਇਆ ਕਿ ਯਾਰ ਹੁਣ ਤੇ ਹੋਰ ਬਚਦੇ, ਉਹਨੂੰ ਕੱਟਦੇ ਜਿਹੜਾ 30 ਸਾਲ ਦੀ ਮੌਜ ਸੀ ਪਹਿਲਾਂ ਸੀ ਕਿ ਉਹਨੂੰ 20 ਸਾਲ ਦੀ ਕਰਾ ਲਈ, ਫਿਰ ਉਹਨੂੰ ਜਦੋਂ ਹੋਰ ਕਰੇ ਫਿਰ 15 ਸਾਲ ਦੀ ਕਰਾ ਲਈ, ਉਹ ਫਿਰ 10 ਸਾਲ ਦੀ ਕਰਾਈ, ਹੁਣ ਕਹਿੰਦੇ ਨੇ ਪੇ ਰੀਫਾਈਨਾਂਸ ਦਾ ਆਲਵੇਜ਼ ਆਪਸ਼ਨ ਆ। ਹਾਂ, ਇਹ ਗੱਲਬਾਤ ਹੈ ਕਿ ਘਰ ਲੈ ਕੇ ਨਾ ਤੁਸੀਂ ਫਿਰ ਵੇਟ ਕਰਨੀ ਹੈ ਵੀ ਕਦੋਂ ਵਿਆਜ ਘਟੂਗਾ। ਤੁਸੀਂ ਜੇ ਇਹ ਸੋਚੀ ਜਾਓ ਵੀ ਜਦੋਂ ਵਿਆਜ ਘਟੂਗਾ ਮੈਂ ਉਦੋਂ ਜਾ ਕੇ ਘਰ ਲਵਾਂਗਾ, ਤੇ ਜੇ ਉਹ ਸਮਾਂ ਨਾ ਆਇਆ ਫਿਰ ਵੇਟ ਹੀ ਕਰਦੇ ਰਹੋਗੇ। ਇੱਥੋਂ ਕਈ ਕੋਵਿਡ ਦੇ ਸਮੇਂ ਦੇ ਵਿੱਚ ਰਾਜੂ ਭਾਜੀ, ਮੈਂ ਰੇਡੀਓ ਤੇ ਜਾ ਕੇ ਨਾ ਕਹਿੰਦਾ ਹੌਲਾ ਮਾਰ ਕੇ ਆਵਾਜ਼ਾਂ ਉੱਚੀਆਂ ਚੱਕ ਕੇ ਕਹਿੰਦੇ ਨੇ ਵੀ ਲੈ ਲਓ ਘਰ ਲੈ ਲਓ ਵੀ ਰੈਂਟ ਛੱਡੋ, ਘਰ ਦੀ ਪੇਮੈਂਟ ਦਿਓ। ਉਦੋਂ ਵੀ ਸਾਡੇ ਕੋਲ ਕਈ ਸਾਡੇ ਆਪਣੇ ਸੱਜਣ ਭਰਾ ਆ ਕੇ ਇਹ ਕਹਿੰਦੇ ਨੇ ਭਾਈ ਜਦੋਂ 1.9 ਤੇ ਹੈਗਾ ਸੀ ਉਹ ਲੈਣਾ, ਜਾਂ ਕਈ ਇਹ ਵੀ ਕਹਿੰਦੇ ਵੀ 1.5% ਤੇ ਅੱਜ ਫੇਰ ਲਵਾਂਗਾ। ਹੁਣ ਅੱਜ ਆਪਾਂ ਉਹਨਾਂ ਨੂੰ ਕਹੀਦਾ ਤੁਸੀਂ ਭਾਈ 6 ਤੇ ਲੈ ਲਓ, ਉਹ ਹੱਲੇ ਵੀ ਕਹਿੰਦੇ ਨੇ ਜਦੋਂ 4 ਤੱਕ ਅਸੀਂ ਫੇਰ ਲਵਾਂਗੇ। ਉਹ ਭਾਈ ਜੇ 4 ਤੱਕ ਤੇ ਰੀਫਾਈਨਾਂਸ ਕਰਾ ਲਿਓ, ਸਾਲ ਨਿਕਲ ਜਾਊਗਾ ਜਾਂ 2 ਸਾਲ ਨਿਕਲ ਜਾਣਗੇ, ਮਿਲਦੇ ਰਹਿਣੇ ਆ। ਪਰ ਜੇ ਅੱਜ 4% ਤੇ ਆਂਦਾ ਤੇ ਤੁਹਾਡੇ ਨਾਲ ਪਤਾ ਕਿੰਨੇ ਜਿਹੜੇ ਹੋਰ ਨਾਲ ਖੜੇ ਹੋਣੇ ਤੁਹਾਡੇ ਨਾਲ ਵੀ ਮੈਂ ਵੀ ਲੈਣਾ, ਤੇ ਜਿਹੜਾ ਘਰ ਤੁਹਾਨੂੰ 4 ਦਾ ਮਿਲਣਾ ਸ਼ਾਇਦ ਤੁਹਾਨੂੰ 5 ਦਾ ਮਿਲੂ, ਤੇ ਕਿੱਥੇ ਗਈ ਗੱਲ, ਫਿਰ ਉੱਥੇ ਆ ਗਈ ਗੱਲ। ਸੋ ਇਟ ਇਜ਼ ਬੈਟਰ ਟੂ ਬਾਈ ਐਂਡ ਵੇਟ ਟੂ ਰੀਫਾਈਨਾਂਸ, ਇਹ ਗੱਲ ਹੋ ਸਕਦੀ ਹੈ, ਇਹਦੇ 'ਚ ਤੁਹਾਨੂੰ ਫਾਇਦਾ ਹੋ ਸਕਦਾ। ਸੋ ਜਿਨ੍ਹਾਂ ਨੇ ਘਰ ਨਹੀਂ ਲਏ ਹੈਗੇ ਇਸ ਵੇਲੇ, ਜੇ ਤੁਸੀਂ ਅਫੋਰਡ ਕਰਦੇ ਹੋ, ਮੈਂ ਅਫੋਰਡੇਬਿਲਿਟੀ ਦੀ ਗੱਲ ਜ਼ਰੂਰ ਕਰਨਾ, ਤੁਸੀਂ ਮੁਸ਼ਕਿਲ ਨਾਲ ਲਓ ਆਪਣੇ ਆਪ 'ਚ ਵੀ ਜੇ ਤੁਸੀਂ ਕਿਰਾਏ ਤੇ ਰਹਿ ਰਹੇ ਹੋ, 4-5 ਫੈਮਿਲੀ ਮੈਂਬਰ ਨੇ, ਕਈ ਜਿਹੜੇ 2 ਭਰਾ ਇਕੱਠੇ ਰਹਿੰਦੇ ਨੇ, ਜੇ ਤੁਸੀਂ ਦੋਵੇਂ ਮਿਲ ਕੇ ਘਰ ਲੈ ਲਓ ਇੱਕ ਵਧੀਆ, ਹੈ ਜਦੋਂ ਸਾਰੀ ਤੁਸੀਂ ਸ਼ੇਅਰ ਕਰ ਸਕੋ, ਤੁਹਾਡੇ ਖਰਚੇ ਵੀ ਸ਼ੇਅਰ ਹੋ ਜਾਂਦੇ ਆ, ਤੇ ਲੌਂਗ ਟਰਮ ਤੁਹਾਨੂੰ ਫਾਇਦਾ ਹੋ ਜਾਊਗਾ। ਸੋ ਓਨਿੰਗ ਅ ਹੋਮ ਇਜ਼ ਆਲਵੇਜ਼ ਅ ਗੁੱਡ ਇਨਵੈਸਟਮੈਂਟ। ਇਹਦੇ 'ਚ ਕੋਈ ਨੈਗੇਟਿਵ ਜਿਹੜੀ ਹੈਗੀ ਹੈ ਉਹ ਤੁਹਾਨੂੰ ਕੋਈ ਨਜ਼ਰ ਨਹੀਂ ਆਊਗੀ। ਪਰ ਇਹ ਗੱਲ ਜਿਹੜੀ ਜਿੱਦਾਂ ਕਿਹਾ ਵੀ ਜ਼ਰੂਰ ਹੈ ਵੀ ਅਫੋਰਡੇਬਿਲਟੀ ਚੈੱਕ ਕਰੋ, ਕੋਈ ਇਹ ਨਹੀਂ ਕਹਿ ਰਿਹਾ ਵੀ ਨਹੀਂ ਵੀ ਅੱਡੀਆਂ ਚੱਕ ਕੇ ਤੁਸੀਂ ਲੈ ਲਓ। ਹਾਂ, ਜੇ ਤੁਸੀਂ ਅਫੋਰਡ ਕਰ ਸਕਦੇ ਆ ਤਾਂ ਡੈਫੀਨੇਟਲੀ ਤੁਹਾਨੂੰ ਜਿਹੜਾ ਉਹ ਕਰ ਲੈਣਾ, ਐਟਲੀਸਟ ਤੁਸੀਂ ਗੱਲਬਾਤ ਕਰੋ। ਤੇ ਇਸੇ ਪੁਆਇੰਟ ਦੇ ਉੱਤੇ ਆਪਣਾ ਫੋਨ ਨੰਬਰ ਵੀ ਦੱਸ ਦਿਓ। ਹਾਂਜੀ ਜ਼ਰੂਰ ਜੀ। ਸੋ ਜਿਹੜਾ ਨੰਬਰ ਹੈਗਾ ਜੀ ਆਪਣਾ 559 905 2575, ਇਹ ਸਾਡੀ ਡਾਇਰੈਕਟ ਲਾਈਨ ਹੈ ਜੀ। 559 905 2575। ਇਸ ਦੇ ਉੱਪਰ ਤੁਸੀਂ ਟੈਕਸਟ ਮੈਸੇਜ, ਵੌਇਸ ਮੇਲ ਜਾਂ ਤੁਸੀਂ ਮੈਨੂੰ ਕਾਲ ਕਰੋ, ਤਾਂ ਮੇਰੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਵੀ ਤੁਹਾਡਾ ਮੈਂ ਫੋਨ ਅਟੈਂਡ ਕਰਾਂ, ਔਰ ਅਕਸਰ ਜੇ ਮੈਂ ਤੁਹਾਡੀ ਕਾਲ ਮਿਸ ਕਰਾਂ ਤਾਂ ਵਿਦਿਨ ਐਨ ਆਵਰ ਜਾਂ 2 ਆਵਰਸ ਮੈਂ ਤੁਹਾਨੂੰ ਕਾਲ ਬੈਕ ਵੀ ਕਰੂੰਗਾ। ਪਰ ਕੋਸ਼ਿਸ਼ ਕਰਿਆ ਕਰੋ ਮੈਨੂੰ ਐਟਲੀਸਟ ਟੈਕਸਟ ਮੈਸੇਜ ਜ਼ਰੂਰ ਦੇ ਦਿਓ ਵੀ ਭਾਜੀ ਪਲੀਜ਼ ਕਾਲ ਮੀ ਬੈਕ, ਸੋ ਆਲ ਕਾਲ ਬੈਕ ਜੀ। ਸੋ ਬਿਲਕੁਲ, ਘਰ ਬਾਏ ਕਰਨਾ ਚਾਹੁੰਦੇ ਹੋ, ਲੋਨਸ ਦਾ ਕੰਮ ਆ, ਘਰ ਤੁਸੀਂ ਸੈੱਲ ਕਰਨਾ ਆ, ਤਾਂ ਤੁਸੀਂ ਡੈਫੀਨੇਟਲੀ ਮੋਹਨ ਚੀਮਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਨੰਬਰ 408 272 5200। ਮੋਹਨ ਚੀਮਾ ਜੀ, ਇੱਕ ਇਹ ਵੀ ਗੱਲ ਹੁੰਦੀ ਹੈ ਵੀ ਹੁਣ ਜਿੱਦਾਂ ਇਲੈਕਸ਼ਨ ਈਅਰ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ, ਕੁਛ ਮਹੀਨਿਆਂ ਦੇ ਵਿੱਚ ਆਪਾਂ ਨੂੰ ਪਤਾ ਲੱਗਣਾ ਵੀ ਅਗਲਾ ਪ੍ਰੈਜ਼ੀਡੈਂਟ ਕੌਣ ਹੋਊਗਾ। ਓਬਵੀਅਸਲੀ ਬਦਲਣਾ ਹੀ ਆ, ਆਈਦਰ ਟਰੰਪ ਹੋਊਗਾ ਜਾਂ ਕਮਲਾ ਹੈਰਿਸ ਆ, ਕਿਉਂਕਿ ਬਾਈਡਨ ਹੋਣੀ ਤਾਂ ਨਹੀਂ ਰਹਿਣੇ, ਉਹ ਤਾਂ ਹੋ ਜਾ ਰਹੇ ਆ। ਸੋ ਬੰਦਾ ਇਹ ਚੀਜ਼ ਵੇਟ ਕਰਦਾ ਰਹਿੰਦਾ ਵੀ ਪਹਿਲਾਂ ਦੇਖ ਲਈਏ ਇਲੈਕਸ਼ਨ ਦਾ ਕੀ ਹੋਣਾ ਆ, ਉਹਨਾਂ ਨੂੰ ਕੀ ਸਲਾਹ ਆ, ਜੇ ਉਹ ਵੇਟ ਵੀ ਕਰਨਾ ਚਾਹੁੰਦੇ ਆ ਕਿੱਦਾਂ ਦੀ ਤਿਆਰੀ ਰੱਖਣ। ਦੇਖੋ ਜੀ, ਸਵਾਲ ਬਹੁਤ ਅੱਛਾ ਤੁਹਾਡਾ ਵੀਰ ਜੀ। ਰਾਜਨੀਤੀਆਂ, ਇਲੈਕਸ਼ਨਸ, ਪ੍ਰੈਜ਼ੀਡੈਂਟਸ ਇਹ ਆਉਂਦੇ ਰਹਿਣੇ ਆ, ਇਹ ਜਾਂਦੇ ਰਹਿਣੇ ਆ। ਸਰਕਾਰਾਂ ਬਦਲਦੀਆਂ, ਨਵੀਆਂ ਆਉਂਦੀਆਂ, ਕੋਈ ਹੋਰ ਆ ਜਾਂਦੀ ਹੈ, ਵਿਆਜ ਵੀ ਉੱਪਰ ਥੱਲੇ ਜਾਂਦੇ ਰਹਿੰਦੇ। ਸੋ ਅਲਟੀਮੇਟਲੀ ਤੁਹਾਡੀ ਆਪਣੀ ਸੋਚ ਹੈਗੀ ਕਿ ਭਾਈ ਮੈਂ ਹੁਣ ਕਿਰਾਏ ਤੇ ਰਹਿ ਰਿਹਾ, ਮੈਂ ਪੈਸੇ ਵੀ ਜੋੜ ਲਏ ਨੇ, ਮੇਰਾ ਕੰਮ ਵੀ ਵਧੀਆ ਚੱਲਦਾ, ਮੈਂ ਕਿਸ਼ਤ ਵੀ ਦੇ ਸਕਦਾ, ਤੇ ਘਰ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ। ਸਰਕਾਰਾਂ ਨੇ ਆਪਣੀਆਂ ਆ ਕੇ ਖੇਲੀਆਂ ਨੀਤੀਆਂ,
ਉਹਨਾਂ ਨੇ ਆਪਣੇ ਬੈਨੀਫਿਟ ਦੇਖਣੇ ਕਿ ਸਾਨੂੰ ਕਿਸ ਤਰ੍ਹਾਂ ਵੋਟ ਮਿਲੂਗੀ। ਜੇ ਵੋਟ ਮਿਲ ਗਈ, ਹੁਣ ਕੋਈ ਇਹ ਨਹੀਂ ਕਹਿੰਦਾ ਵੀ ਜਿਹੜੀ ਇਹ ਸਾਡੀ ਮੌਜੂਦਾ ਸਰਕਾਰ ਹੈ ਤੁਹਾਡੀ ਬੜੀ ਫੇਵਰ ਕਰਕੇ ਜਾਊਗੀ। ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਹੈਗਾ। ਜਿਹੜੀ ਰਾਜਨੀਤੀ ਹੈ ਕਦੀ ਨਾ ਕਿਸੇ ਨੂੰ ਸਮਝ ਲੱਗੀ ਤੇ ਨਾ ਕਿਸੇ ਸਮਝ ਆਉਣੀ ਹੈ ਜੀ। ਇਹਨਾਂ ਨੇ ਤਾਂ ਆਪਣੀ ਗੇਮ ਖੇਲਣੀ ਹੈਗੀ ਹੈ। ਤੁਸੀਂ ਇਹ ਆਪਣਾ ਦੇਖੋ ਵੀ ਤੁਹਾਡੇ ਵਾਸਤੇ ਕਿਹੜੀ ਚੀਜ਼ ਸੂਟ ਕਰਦੀ ਹੈ। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ, ਜੇ ਸਪੋਜ਼ ਕਰੋ ਕੋਈ ਚੰਗੀ ਐਡਮਿਨਿਸਟ੍ਰੇਸ਼ਨ ਆਈ ਦੀ, ਤੁਹਾਨੂੰ ਲੱਗਦਾ ਵੀ ਠੀਕ ਹੈ ਉਹਨਾਂ ਨੇ ਵਿਆਜ ਘਟਾਤੇ, ਠੀਕ ਹੈ, ਜਦੋਂ ਤੁਹਾਨੂੰ ਘਰ ਮਿਲਿਆ ਤੁਸੀਂ ਰੀਫਾਈਨੈਂਸ ਕਰਾ ਲਓ, ਠੀਕ ਹੈ ਨਾ। ਪਰ ਤੁਸੀਂ ਵੇਟ ਹੀ ਕਰਦੇ ਰਹੋ। ਵੇਟ ਕਰਨ ਦਾ ਕੋਈ ਇੰਨਾ ਇਸ ਡਿਪਾਰਟਮੈਂਟ ਵਿੱਚ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜਿਹੜੀ ਮਹਿੰਗਾਈ ਹੈ ਨਾ ਤੇ ਉਹ ਘਟਣੀ ਹੈ। ਜੇ ਤੁਸੀਂ ਅੱਜ ਕਹਿ ਦਿਓ ਵੀ ਪਤਾ ਨਹੀਂ ਕੋਈ ਸਰਕਾਰ ਆਊਗੀ ਤੇ ਮਹਿੰਗਾਈ ਤੇ ਉਹਨਾਂ ਨੇ ਕਿੰਨਾ ਕੰਟਰੋਲ ਕਰ ਲੈਣਾ, ਤੇ ਦੁੱਧ ਦਾ ਭਾਅ ਕਿੰਨਾ ਘਟ ਜੂ, ਜਿਹੜੀ ਲੱਕੜ ਆ ਉਹ ਕਿੰਨੀ ਘਟ ਜੂ, ਜਿਹੜੇ ਤੁਸੀਂ ਟਰੱਕ ਲੈਂਦੇ ਹੋ ਕਿੰਨੇ ਘਟ ਜਾਣਗੇ। ਤੁਸੀਂ ਕੀ ਸੋਚਦੇ ਹੋ ਜਿਹੜਾ ਲੱਖ ਦਾ ਟਰੱਕ ਸੀ ਉਹ ਤੁਹਾਨੂੰ ਕੋਈ 40,000 ਦਾ ਮਿਲੂਗਾ ਜਾਂ 60,000 ਦਾ ਮਿਲੂਗਾ। ਇਹ ਮਹਿੰਗਾਈ ਕੱਢਣੀ ਨਹੀਂ, ਕਿਉਂਕਿ ਜਿਹੜੀ ਕਾਸਟ ਆਫ ਮੇਕਿੰਗ ਥਿੰਗਸ ਇਜ਼ ਹਾਈ, ਲੇਬਰ ਕਾਸਟ ਇਜ਼ ਹਾਈ, ਕੋਈ ਚੀਜ਼ ਸਸਤੀ ਰਹੀ ਨਹੀਂ। ਤੇ ਸਰਕਾਰ ਕੀ ਕਰ ਲਊਗੀ? ਉਹਨਾਂ ਦੇ ਹੱਥ 'ਚ ਤੇ ਦੋ ਚਾਰ ਹੀ ਗੱਲਾਂ ਹੈਗੀਆਂ। ਇੱਕ ਸਟੇਟਮੈਂਟ ਇੱਥੇ ਦੇ ਦਿੱਤੀ, 4 ਬੰਦੇ ਖੁਸ਼ ਹੋ ਗਏ, ਕਿਸੇ ਨੂੰ ਆਹ ਕਰਤਾ ਵੀ ਅਸੀਂ ਬਾਰਡਰ ਤੇ ਇੱਦਾਂ ਕਰ ਦਾਂਗੇ, ਉਹ ਖੁਸ਼ ਹੋ ਗਏ। 2-4 ਬੰਦਿਆਂ ਨੇ ਹੋਰ ਕਰਤਾ ਵੀ ਅਸੀਂ ਤੁਹਾਡੀ ਜਿਹੜੀ ਮੈਡੀਕੇਅਰ ਦੇ ਬੈਨੀਫਿਟ ਹੈ ਇੱਥੇ ਲਿਆ ਦਾਂਗੇ, 4 ਬੰਦੇ ਉੱਥੇ ਵੀ ਖੁਸ਼ ਹੋ ਗਏ। ਫਿਰ ਉਹ ਪੈ ਜਾਣਾ ਕੋਈ ਨਵੀਂ ਗੱਲ ਆ ਜਾਣੀ ਹੈ, ਫਿਰ ਸਾਰੇ ਲੋਕ ਨੂੰ ਉਧਰ ਨੂੰ ਤੁਰ ਪੈਣਾ ਹੈਗਾ। ਪਰ ਅਲਟੀਮੇਟਲੀ ਜਿਹੜੀ ਹਾਊਸਿੰਗ ਹੈਗੀ ਹੈ ਇਹ ਇੱਕ ਮੋਸਟ ਸਭ ਤੋਂ ਬੈਸਟ ਐਸੈਟ ਤਾਂ ਹੀ ਮੰਨਦੇ ਆ। ਇਸੇ ਕਾਰਨ ਇਹਨੂੰ ਰੀਅਲ ਇਸਟੇਟ ਕਹਿੰਦੇ ਆ। ਮੈਂ ਇਸ ਬਾਰੇ ਹਮੇਸ਼ਾ ਕਹਿੰਦਾ, ਰੀਅਲ ਦਾ ਮਤਲਬ ਹੀ ਹੈਗਾ ਵੀ ਅਸਲੀ ਚੀਜ਼। ਇਸਟੇਟ ਤੁਹਾਡੀ, ਰੀਅਲ ਅਸਲੀ ਇਸਟੇਟ ਤੁਹਾਡੀ, ਰੀਅਲ ਇਸਟੇਟ। ਇਸ ਤੋਂ ਨਹੀਂ ਭੁੱਲਣਾ, ਭਾਵੇਂ ਥੋੜੀ ਬਹੁਤ ਮੁਸ਼ਕਿਲ ਹੋ ਕੇ ਪੇਮੈਂਟ ਦੇਣੀ ਪਵੇ ਨਾ ਰਾਜਗੁਰੂ ਭਾਜੀ। ਅਲਟੀਮੇਟਲੀ ਤੁਹਾਡਾ ਆਪਣਾ ਘਰ ਆ। ਇੱਕ ਚੀਜ਼ ਕਾਂਸਟੈਂਟ ਆ, ਇਹ ਸਾਰੀ ਚੇਂਜਸ ਦੇ ਵਿੱਚ ਵੀ ਤੁਹਾਡਾ ਆਪਣਾ ਘਰ ਆ। ਕਹਿੰਦੇ ਨੇ ਈਸਟ ਔਰ ਵੈਸਟ, ਹੋਮ ਇਜ਼ ਦਾ ਬੈਸਟ। ਤੇ ਜਿੱਥੇ ਮਰਜ਼ੀ ਜਾ ਕੇ ਜਦੋਂ ਆਪਣੇ ਘਰੇ ਹੁੰਦੇ ਆ ਤੇ ਚੱਪਲਾਂ ਲਾ ਕੇ ਜਦੋਂ ਅੰਦਰ ਹੀ ਵੜੀ ਦਾ ਆਰਾਮ ਮਿਲਦਾ। ਸਾਡੇ ਤੇ ਪੰਜਾਬੀ ਵੈਸੇ ਵੀ ਆਪਣੇ ਚੱਪਲਾਂ ਬਾਹਰ ਹੀ ਲਾ ਕੇ ਜਾਂਦੇ, ਕਿਉਂ? ਆਪਣਾ ਘਰ ਸਾਨੂੰ ਪਸੰਦ ਹੈ, ਅਸੀਂ ਇਹਦੀ ਕੇਅਰ ਕਰਨੇ ਆ, ਸਫਾਈ ਰੱਖਦੇ ਆ। ਮਾਤਾ ਪਿਤਾ ਰਹਿ ਰਹੇ ਨੇ, ਬੱਚੇ ਰਹਿ ਰਹੇ ਨੇ, ਵਾਈਫ ਰਹਿ ਰਹੀ ਹੈ, ਉਹਨਾਂ ਦੀ ਫੈਮਿਲੀ, ਕਿਸੇ ਦੀ ਫੈਮਿਲੀ ਆਈ, ਤੁਸੀਂ ਆਪਣੇ ਘਰੇ ਲੈ ਕੇ ਜਾਂਦੇ ਹੋ। ਅਪਾਰਟਮੈਂਟ 'ਚ ਕਿੰਨੀ ਕੁ ਦੇਰ ਲੈ ਕੇ ਰਹੀ ਜਾਓਗੇ? ਪਰ ਕਈਆਂ ਦੀ ਚਲੋ ਮਜਬੂਰੀ ਵੀ ਹੈਗੀ, ਨਹੀਂ ਸਿਚੁਏਸ਼ਨਸ ਆ ਹਰ ਇੱਕ ਦੀਆਂ ਵੱਖੋ ਵੱਖਰੀਆਂ। ਪਰ ਇਸ ਬਾਰੇ ਗੈਟ ਐਜੂਕੇਟਿਡ, ਆਪਣੇ ਪੈਸੇ ਜੋੜੋ, ਕ੍ਰੈਡਿਟ ਨੂੰ ਸਾਫ਼ ਰੱਖੋ, ਬੀ ਪ੍ਰੀਪੇਅਰਡ। ਆ ਇੱਕ ਐਸਾ ਮੁਲਕ ਹੈ ਰਾਜੀ ਭਾਈ, ਤੁਸੀਂ 3.5% ਡਾਊਨ ਦੇ ਕੇ ਵੀ ਘਰ ਲੈ ਸਕਦੇ ਹੋ। ਇਹ ਕਿਤੇ ਨਹੀਂ ਹੈਗਾ। ਐਜ਼ ਲਿਟਲ ਐਜ਼ 3 or 3.5% ਡਾਊਨ ਤੁਸੀਂ ਘਰ ਦੇ ਮਾਲਕ ਬਣ ਸਕਦੇ ਹੋ। ਇਹ ਬੜੀ ਬੜੀ ਚੀਜ਼ ਹੈਗੀ। ਬਿਲਕੁਲ। ਸੋ ਬਾਕੀ ਨੰਬਰ ਇੱਕ ਵਾਰੀ ਫਿਰ ਦੱਸਿਓ ਜੀ। ਹਾਂਜੀ ਜ਼ਰੂਰ ਜੀ। ਨੰਬਰ ਹੈਗਾ 559 905 2575 559 905 2575 ਜੀ। ਤੇ ਮੋਹਨ ਜੀ ਤੁਸੀਂ ਦੱਸ ਰਹੇ ਸੀ ਜਿਹੜਾ ਆਪਣਾ ਜਸਵੰਤ ਸਿੰਘ, ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਆ, ਉਸ ਦੇ ਨਜ਼ਦੀਕ ਇੱਕ ਪ੍ਰਾਪਰਟੀ ਤੁਸੀਂ ਲਿਸਟ ਕਰ ਰਹੇ ਆ ਜਾਂ ਕਰਤੀ ਆ? ਹਾਂਜੀ, ਇੱਕ ਅਸੀਂ ਦੇਖੋ ਸਾਡੇ ਕੋਲ ਅਸੀਂ ਹਰ ਜਦੋਂ ਵੀ ਤੁਹਾਡੇ ਨਾਲ ਮਿਲਦੇ ਹਾਂ ਰਾਜੂ ਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਣੀ ਜਿਹੜੀ ਆਪਣੀ ਕਮਿਊਨਿਟੀ ਹੈ ਉਹਨੂੰ ਅਸੀਂ ਐਜੂਕੇਟ ਰੱਖੀਏ। ਇੱਕ ਖਾਲੜਾ ਪਾਰਕ ਦੇ ਲਾਗੇ ਅਸੀਂ ਪ੍ਰਾਪਰਟੀ ਲਿਸਟ ਕੀਤੀ ਹੈ 2345 ਨਾਰਥ ਵੈਲੈਂਟਾਈਨ। ਇਹ ਅਰਾਊਂਡ 4.77 ਏਕੜ ਜ਼ਮੀਨ ਹੈਗੀ ਹੈ, ਰੈਜ਼ੀਡੈਂਸ਼ੀਅਲ ਏਰੀਆ 'ਚ ਹੈਗੀ ਹੈ। ਇੱਥੇ ਜੇ ਕਿਸੇ ਇਨਵੈਸਟਰ ਨੇ ਇੱਥੇ ਘਰ ਬਣਾਉਣੇ ਨੇ ਜਾਂ ਅਪਾਰਟਮੈਂਟ ਕੰਪਲੈਕਸ ਬਣਾਉਣਾ ਤਾਂ ਉਹਨਾਂ ਨੂੰ ਸ਼ਾਇਦ ਪਰਮਿਟ ਲੈਣ ਦੇ ਵਿੱਚ ਕੋਈ ਜ਼ਿਆਦਾ ਦਿੱਕਤ ਨਹੀਂ ਆਊਗੀ। ਆਲੇ ਆਲਰੇਡੀ ਰੈਜ਼ੀਡੈਂਸ਼ਲੀ ਜ਼ੋਨ ਆ, ਲੱਗੇ ਸਕੂਲ ਵੀ ਹੈਗਾ, ਸਾਹਮਣੇ ਖਾਲੜਾ ਪਾਰਕ ਵੀ ਹੈਗਾ। ਏਰੀਆ ਵੀ ਆਪਣਾ 93722 ਜ਼ਿਪ ਕੋਡ ਪੈਂਦਾ। ਔਰ ਜਿਹੜੀ ਇਹਦੀ ਪ੍ਰਾਈਸ ਹੈਗੀ 650,000, ਮਤਲਬ ਕਿ 6.5 ਲੱਖ। ਅੱਛਾ, ਤੇ ਰਾਈਟ ਨਾਓ ਉੱਥੇ ਖਾਲੀ ਜ਼ਮੀਨ ਆ ਜਾਂ ਘਰ ਹੈਗਾ? ਉਹਦੇ ਵਿੱਚ ਘਰ ਹੈਗਾ, ਪਰ ਉਹ ਘਰ ਰਹਿਣ ਵਾਲਾ ਨਹੀਂ ਹੈਗਾ। ਠੀਕ ਹੈ, ਉਹਨੂੰ ਯਾਦ ਤੁਸੀਂ ਬਹੁਤ ਠੀਕ ਕਰਾਓਗੇ, ਉਹਦਾ ਫਾਇਦਾ ਨਹੀਂ ਹੈਗਾ। ਮੈਂ ਘਰ ਨੂੰ ਕਾਊਂਟ ਨਹੀਂ ਕਰ ਰਿਹਾ। ਮੈਂ ਕਹਿੰਦਾ ਵੀ ਉਹਦੇ ਵਾਸਤੇ ਵਧੀਆ, ਜਿੰਦੇ ਉੱਥੇ ਆ ਕੇ ਕੱਲ ਨੂੰ ਚੀਜ਼ ਬਣਾਉਣੀ ਹੈ, ਇਨਵੈਸਟਮੈਂਟ ਵਾਸਤੇ ਵਧੀਆ, ਕਿਉਂਕਿ ਅਲਟੀਮੇਟਲੀ ਇਹ ਸ਼ਹਿਰ ਦੇ ਵਿੱਚ ਜ਼ਮੀਨ ਪੈਂਦੀ ਹੈਗੀ ਹੈ। ਫਰੀਵੇ ਦੇ ਵੀ ਲੱਗੇ ਹੀ ਆ, ਫਰੀਵੇ ਦੇ ਲੱਗੇ ਹੈਗੀ ਹੈ, ਔਰ ਰੀਜ਼ਨੇਬਲੀ ਪ੍ਰਾਈਸ ਹੈਗੀ ਹੈ। ਸੋ 2345 ਨਾਰਥ ਵੈਲੈਂਟਾਈਨ। ਜੇ ਕਿਸੇ ਦਾ ਕੋਈ ਵੀ ਸਵਾਲ ਹੋਵੇ ਤੁਸੀਂ ਮੇਰੇ ਨੰਬਰ 559 905 2575 ਪਰ ਜ਼ਰੂਰ ਕਾਲ ਕਰਨੀ ਹੈ ਜੀ। ਐਨੀਥਿੰਗ ਜਾਣ ਤੋਂ ਪਹਿਲਾਂ ਜੇ ਕੁਝ ਹੋਰ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਨਾ? ਬਾਕੀ ਆਪਾਂ ਗੱਲਾਂ ਜਿਹੜੀ ਸਾਰੇ ਕਾਫੀ ਇਲੈਕਸ਼ਨਾਂ ਦੀ ਕਰ ਰਹੇ ਸੀ। ਮੈਂ ਸਭ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਦੇਖੋ, ਨਿਊਜ਼ ਜ਼ਰੂਰ ਸੁਣੋ ਇੱਧਰ ਦੀ ਉੱਧਰ ਦੀ, ਪਰ ਕਰੋ ਆਪਣੀ ਮਰਜ਼ੀ। ਆਪਣਾ ਦੇਖੋ ਅਫੋਰਡੇਬਿਲਿਟੀ ਫੈਕਟਰ। ਔਰ ਕਿਉਂਕਿ ਮੈਂ ਇਸ ਇੰਡਸਟਰੀ 'ਚ ਕਾਫੀ ਸਮੇਂ ਤੋਂ ਕੰਮ ਕਰ ਰਿਹਾ, ਔਰ ਜਿਨ੍ਹਾਂ ਨਾਲ ਵੀ ਮੇਰਾ ਕਦੇ ਤਾਲੁਕਾਤ ਬਣਿਆ, ਜਿਨ੍ਹਾਂ ਨੇ ਮੇਰੇ ਤੋਂ ਘਰ ਲਏ ਨੇ, ਜਿਹਨਾਂ ਨੇ ਘਰ ਵੇਚੇ ਨੇ, ਕਿਸੇ ਨੇ ਲੋਨ ਕਰਾਏ ਨੇ, ਤੁਹਾਡਾ ਐਕਸਪੀਰੀਅੰਸ ਵਧੀਆ ਜਾਂਦਾ। ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਮਨੋ ਵੀ ਤੁਹਾਡੇ ਕਾਰਨ ਸਾਡਾ ਕੰਮ ਚੱਲਦਾ ਹੈਗਾ। ਤੇ ਸਾਨੂੰ ਤੁਸੀਂ ਆਪਣੇ ਖਿਆਲਾਂ 'ਚ ਰੱਖੋ। ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਾਲ ਜ਼ਰੂਰ ਕਰਨੀ ਹੈ, ਇੱਥੋਂ ਨਹੀਂ ਭੁੱਲਣਾ ਜੀ। ਧੰਨਵਾਦ ਮੋਹਨ ਚੀਮਾ ਜੀ।